सारिਆਂ ਨੂੰ प्यार भरी सत श्री अकाल नमस्कार आदाब। अज आप शर्ट बनावे कॉटन की शर्ट है ये तो यदा मैं गला रेडी कर लिया है। बैक ते लाउन भी रेवलीर रेडी कर ली। ये जोड़ पाना पिया मैनू तो ये करके मैं इनू फिर जो जोड़ से उन्होंने दो पासियां कर दिता है। 9 दे नाल प्रैस वांगू करता तो हुण आपां इहदा गला बनाउने आ। गले की आ करीज बनी है तो शर्ट की भी करीज प्रैस के नाल बनी है। इस तरीके दे नाल थल्ले कॉर्नर तक लै जाना पर बुकरम के उपर नहीं चढ़ानी हैगी जिहड़ी मिडल दे विच सीन लाउने आपां। इनू दो पासियां तो हुण सीधा करके इस तरीके दे नाल फड़ के प्रॉपरली तो फिर इनू सिलाई लगानी है। तो सिलाई जिहड़ी लगानी है वह बुकरम के उपर नहीं आनी चाहिए। बुकरम के नाल नाल करके सिलाई लगानी है इत्थे। ते बखा जिहड़ा है मेरी बरीक ही रखना। मेरा 2.5 के उत्ते जिहड़ा स्टिच है वह वधिया प्रॉपरली सही आउंदी है। कई मशीनां दी बुकरम वो मशीन ते डिपेंड करता है कि तुहाडा बखा किहड़े हिसाब दा हैगा। वो तुहानूं अपने आप देख के पता लग सकता है कि जो कॉर्नर ते जाना है तो कॉर्नर के उपर एन कॉर्नर ते करके विच थल्ले सूई करनी है तो फिर इनू टर्न करना तो टर्न करके फिर दोबारा सिलाई लगानी है। जो आप कॉर्नर के कोल आ जाने उदों हत्थ दे नाल कर लो नहीं तो मशीनां ये फास्ट ने अगे लंघ जांदियां ने। पैर पैर की सिलाई रख के तो इनू कट देना विचों। ते आ जिहड़े टक पाउणा है हरेक कॉर्नर के उपर टक पाउणा जरूरी है। ते टक ध्यान ना पाउणा कि यह धागा ना कट हो जाए। थोड़े इहदे उपर रख के दबवीं सिलाई लगा देनी है। जो आह कॉर्नर निकलता इदा नहीं निकलता इनू इस तरीके दे नाल कपड़े नू मोड़ दो तो आ कॉर्नर अपने आप ऑटोमैटिकली आ गया। शर्ट नू दूसरे पासे नू लै जाना टर्न करके। ते हुण इनू फिर इस तरीके दे नाल इधर नू लै गए तो अपने आप आ जिहड़ी चीज़ है मुड़ के अपना कॉर्नर बन गया। जो इधर नू सिलाई लगानी दूसरे पासे नू इधर नू लैके आना है इस तरीके दे नाल कॉर्नर के हिसाब नाल जिवें भी कॉर्नर मुड़दा। हुण आपां दूसरे कॉर्नर ते आ गए। इनू कॉर्नर नू इस तरीके नाल इधर नू लै गए। अपना जिहड़ा कपड़ा भी है ये भी ऑटोमैटिकली थल्ले बुकरम वाली साइड नू आ ते कॉर्नर भी अपना बन गया। हेलो इस तरीके दे नाल ये मुड़ के बन गया गलमा अपना। तो हुण आपां प्लेटां पा के ते फिर बैक वाली गले दी जिहड़ी रेब कपड़ा वो लगाने।
ਮੈਂ ਯੂਜਲੀ ਜਿਹੜੇ ਛੋਟੇ ਗਲਮੇ ਹੁੰਦੇ ਉਹਨਾਂ ਨੂੰ ਰੇਬ ਕੱਪੜਾ ਲਾਉਣੀ ਆ। ਜਿਹੜੇ ਵੱਡੇ ਜਿੱਦਾਂ 8 ਇੰਚ ਦਾ 9 ਇੰਚ ਦਾ ਜਾਂ 7 ਇੰਚ ਦਾ ਕੋਈ ਵੀ ਵੱਡਾ ਹੈ ਗਲਾ, ਉਹਨੂੰ ਮੈਂ ਗਲੇ ਤੇ ਗਲਾ ਰੱਖ ਕੇ ਕਰਦੀ, ਨਹੀਂ ਤੇ ਫਿਰ ਜੇ ਰੇਵ ਲੀਰ ਲਾਉਣੇ ਆ ਤੇ ਉਹ ਜ਼ਿਆਦਾ ਖੁੱਲ ਜਾਂਦੇ ਤੇ ਛੋਟੇ ਗਲੇ ਨੂੰ ਰੇਵ ਲੀਰ ਲਾਉਣੀ ਚਾਹੀਦੀ ਹੈ, ਇਹ ਫਿਰ ਖੁੱਲ ਜਾਂਦੇ ਨੇ ਤੇ ਬਹੁਤੇ ਛੋਟੇ ਨਹੀਂ ਰਹਿ ਜਾਂਦੇ। ਤੇ ਇਹਨੂੰ ਫਿਰ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ ਪਹਿਲੀ ਵੀਡੀਓ ਦੇ ਵਿੱਚ ਵੀ, ਇਸੇ ਤਰੀਕੇ ਦੇ ਨਾਲ ਇਹਦਾ ਹਾਫ ਕਰਕੇ ਤੇ ਇਹਦੇ ਉੱਪਰ ਸਿਲਾਈ ਲਗਾ ਦੇਣੀ। ਫਿਰ ਛਿਜਦਾ ਨਹੀਂ ਕੱਪੜਾ। ਕਾਟਨ ਹੈ ਅੱਜ ਕੱਲ੍ਹ, ਕਾਟਨ ਵੀ ਇਵੇਂ ਦੀ ਆ, ਪਿਓਰ ਕਾਟਨ ਨਹੀਂ ਹੈਗੀ ਇਹ, ਕਹਿਣ ਦੀਆਂ ਕਾਟਨਾਂ ਹੁੰਦੀਆਂ ਨੇ। ਜਿਹੜੀ ਸਿਲਾਈ ਲਗਾਉਣੀ ਉਹ ਪਲੇਟ ਵਾਲੀ ਪਹਿਲੀ ਸਿਲਾਈ ਤੇ ਲਗਾਉਣੀ ਹੈ, ਫਿਰ ਮਜ਼ਬੂਤ ਬਣਨਾ। ਅਦਰਵਾਈਜ਼ ਜੇ ਹੋਰ ਕਿਤੇ ਸਿਲਾਈ ਲਗਾਤੀ ਫਿਰ ਕੋਈ ਮਜ਼ਬੂਤੀ ਨਹੀਂ ਬਣਨੀ ਹੈ। ਆਪਾਂ ਲਗਾਵਾਂਗੇ ਜਦੋਂ ਜੋੜ ਪਾਇਆ ਹੁੰਦਾ ਲੀਰ ਨੂੰ, ਉਦੋਂ ਮੈਨ ਲੈਣੀ ਚਾਹੀਦੀ। ਜੇ ਬਿਲਕੁਲ ਐਂਡ ਤੇ ਇੱਥੇ ਜੋੜ ਚਲਿਆ ਗਿਆ ਫਿਰ ਇਹ ਆਪਣਾ ਮੋਢੇ ਦੀ ਜਿਹੜੀ ਸੀਨ ਹੈ ਉਹ ਮੋਟੀ ਹੋ ਜਾਣੀ, ਕਿਉਂਕਿ ਡਬਲ ਕੱਪੜਾ ਆ ਜਾਣਾ। ਤੇ ਇਸ ਕਰਕੇ ਨਾ ਇਹਨੂੰ ਇਧਰੋਂ ਉੱਪਰੋਂ ਛੱਡ ਦਿਓ ਥੋੜਾ ਜਿਹਾ, ਤੇ ਇੱਥੇ ਮਿਡਲ ਜਿਹਾ ਦੇ ਵਿੱਚ ਜੋੜ ਲੈ ਆਓ, ਕਿਉਂਕਿ ਲੀਰ ਹੈਗੀ ਲੰਬੀ ਵੀ ਆ, ਥੋੜੀ ਜਿਹੀ ਘੱਟ ਸੀਗੀ ਤੇ ਇਹਦਾ ਕਰਕੇ ਫਿਰ ਜੋੜ ਤੇ ਕੱਟੀਆਂ ਤੇ ਦੋਨੇ ਇੱਕੋ ਜਿਹੀਆਂ ਕੱਟ ਦਿੱਤੀਆਂ ਮੈਂ। ਇਹਨੂੰ ਹੁਣ ਉੱਪਰੋਂ ਇਧਰੋਂ ਲਾ ਕੇ ਤੇ ਮਿਡਲ ਜਿਹਾ ਦੇ ਵਿੱਚ ਜੋੜ ਲੈ ਆਉਣਾ ਚਾਹੀਦਾ। ਜਿਹੜੀ ਆ ਰੇਵ ਲੀਰ ਹੈ ਇਹਨੂੰ ਬਿਲਕੁਲ ਨਹੀਂ ਖਿੱਚਣਾ ਹੈਗਾ, ਇਹ ਆਪਾਂ ਅੰਦਰ ਨੂੰ ਮੋੜਨੀ ਹੈ। ਜੇ ਆਪਾਂ ਖਿੱਚ ਦਿਆਂਗੇ ਇਦਾਂ ਕਰਕੇ ਤੇ ਇਹਨੇ ਜਿੱਦਾਂ 올ਡਨ ਟਾਈਮ ਦੇ ਵਿੱਚ ਅੱਜ ਤੋਂ 25 ਸਾਲ ਪਹਿਲਾਂ ਪਾਈਪਿੰਗ ਲਾਉਂਦੇ ਹੁੰਦੇ ਸੀਗੇ ਬਰੀਕ ਜੀ, ਉਹ ਬਣ ਜਾਣੀ। ਉਹ ਵੀ ਮੈਂ ਤੁਹਾਨੂੰ ਆਈਡੀਆ ਦਊਂਗੀ ਕਿਸੇ ਦਿਨ ਵੀ ਕਿਵੇਂ ਉਹ ਪਹਿਲਾਂ ਲਾਉਂਦੇ ਸੀਗੇ। ਤੇ ਮੁੜ ਕੇ ਬਾਅਦ ਚੋਂ ਹੀ ਆਈ ਹੈ ਧਾਗੇ ਵਾਲੀ ਪਾਈਪਿੰਗ, ਫਿਰ ਲਾਉਣ ਲੱਗੇ ਨੇ, ਫਿਰ ਬਾਅਦ ਧਾਗੇ ਵਾਲੀ ਪਾਈਪਿੰਗ ਦਾ ਰਿਵਾਜ ਆ ਗਿਆ। ਤੇ ਇਹ ਹੁਣ ਬਿਲਕੁਲ ਲੂਜ਼ ਛੱਡ ਕੇ ਤਾਂ ਆ ਜਿਹੜੀ ਉੱਪਰਲੀ ਰੇਵ ਲੀਰ ਆ ਇਹਨੂੰ ਬਿਲਕੁਲ ਨਹੀਂ ਖਿੱਚਣਾ, ਢਿੱਲੀ ਛੱਡ ਕੇ ਲਾਉਣਾ। ਥੱਲੇ ਵਾਲੇ ਕੱਪੜੇ ਨੂੰ ਬੇਮਲੂਮਾ ਜਿਹਾ ਸਿੱਧਾ ਕਰਨਾ, ਖਿੱਚਣਾ ਨਹੀਂ ਹੈਗਾ। ਜਿੱਦਾਂ ਵੀ ਮਤਲਬ ਖਿੱਚ ਕੇ ਲੰਬਾ ਕਰ ਦਈਏ ਤੇ ਫਿਰ ਉਹ ਨਹੀਂ ਠੀਕ ਆਉਣੀ ਸੀਨ ਲੱਗੀ। ਤੇ ਹੁਣ ਉੱਪਰ ਦੀ ਜਿਹੜੀ ਦਬਵੀਂ ਸੀਨ ਲਗਾ ਦੇਣੀ ਆਪਾਂ ਕੋਲ ਦੇ ਕਰਕੇ। ਇਹ ਸੀਨ ਖਿੱਚ ਕੇ ਲਗਾਉਣੀ ਹੈ। ਜੇ ਆਪਣਾ ਆਹ ਰੇਵ ਵਾਲਾ ਕੱਪੜਾ ਇੱਧਰ ਨੂੰ ਆ ਗਿਆ ਤੇ ਜਦੋਂ ਆਪਾਂ ਸਿੱਧਾ ਕਰਨਾ ਹੈ ਉਹ ਫਿਰ ਸੋਹਣਾ ਨਹੀਂ ਲੱਗਣਾ, ਬਾਹਰ ਆਊਗਾ ਕੱਪੜਾ। ਇਹਨੂੰ ਦੋ ਪਾਸਿਆਂ ਤੋਂ ਖਿੱਚ ਕੇ ਸਿੱਧੀ ਸਾਫ ਸੀਨ ਲੱਗਣੀ ਚਾਹੀਦੀ ਹੈ ਉੱਪਰ। ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਧਿਆਨ ਰੱਖਣ ਵਾਲੀਆਂ, ਤੇ ਇਹਨਾਂ ਦੇ ਨਾਲ ਹੀ ਸਫਾਈ ਬਣਦੀ ਹੈ। ਕਾਹਲੇ ਨਹੀਂ ਪੈਣਾ ਜਦੋਂ ਵੀ ਆਪਾਂ ਕੰਮ ਕਰਨਾ ਸਟਿਚਿੰਗ ਦਾ। ਹੁਣ ਇਸ ਤਰੀਕੇ ਨਾਲ ਕਰਕੇ ਇਹਨੂੰ ਆਹ ਜਿਹੜੇ ਕੱਲਾ ਜੋੜ ਵਾਲਾ ਇਹਨੂੰ ਟੱਕ ਪਾਉਣੇ ਨੇ ਇਦਾਂ, ਫਿਰ ਰਾਉਂਡ ਬਹੁਤ ਸੋਹਣਾ ਬਣਦਾ ਆ। ਜਰਾ ਵੀ ਟੱਕ ਨਹੀਂ ਵਲ ਨਹੀਂ ਪੈਂਦਾ ਹੈਗਾ ਵਿੱਚ ਦੇ ਤਰਪਾਈ ਦੇ। ਹੁਣ ਜਿੰਨਾ ਆਪਾਂ ਵਿੱਚ ਦਿੱਤਾ ਸੀਗਾ ਉਹਦੇ ਬਰਾਬਰ ਦਾ ਕਰਕੇ ਇਹਦੇ ਤੇ ਸਿਲਾਈ ਲਗਾ ਦੇਣੀ ਹੈ।
ਜਿੰਨਾ ਵਾਧੂ ਕੱਪੜਾ ਆਹ ਉੱਪਰ ਦੀ ਆਇਆ ਇਹਨੂੰ ਕੱਟ ਦੇਣਾ ਚਾਹੀਦਾ। ਹੁਣ ਮੈਂ ਤਾਂ ਜਿੰਨਾ ਕੁ ਸੀਨ 'ਚ ਦੇਣਾ ਇੱਥੋਂ ਉਨਾ ਕੁ ਕੱਟੂੰਗੀ, ਬਾਅਦ 'ਚੋਂ ਕੱਟ ਲੂੰਗੀ। ਵੀਡੀਓ 'ਚ ਕੱਟੋ ਤਾਂ ਫਿਰ ਟਾਈਮ ਵੀ ਲੱਗਦਾ ਤੇ ਵੀਡੀਓ ਲੰਬੀ ਹੋ ਜਾਂਦੀ ਹੈ। ਹੁਣ ਆਪਾਂ ਮੋਢੇ ਦੀ ਸਿਲਾਈ ਜਿਹੜੀ ਆ ਉਹ ਲਗਾਉਣੀ ਆ ਉੱਪਰ ਤੀਰੇ ਵਾਲੀ। ਤੀਰੇ ਵਾਲੀ ਸਿਲਾਈ ਲਗਾਉਣ ਤੋਂ ਪਹਿਲਾਂ ਆਪਣਾ ਇੱਕ ਤਾਂ ਗਲਾ ਮਿਣਨਾ ਜ਼ਰੂਰੀ। ਆਹ ਜਿਹੜੀ ਚੀਜ਼ ਆ ਇਹਨੂੰ ਮਿਣ ਕੇ ਪ੍ਰੋਪਰਲੀ ਦੇਖੋ ਕਿ ਆਪਣਾ ਵੱਧ ਘੱਟ ਆਹ ਜਿਹੜੀ ਸੀਨ ਤੇ ਆਹ ਕਾਰਨਰ ਤੋਂ ਕਾਰਨਰ ਬਰਾਬਰ ਹੋਣਾ ਚਾਹੀਦਾ, ਆਹ ਬਰਾਬਰ ਹੋਣਾ ਚਾਹੀਦਾ। ਜੇ ਆਹ ਵੱਧ ਘੱਟ ਹੋ ਗਿਆ ਤੇ ਫਿਰ ਆਪਣਾ ਜਿਹੜਾ ਗਲਾ ਆ ਸਾਰਾ ਹੀ ਵਿੰਗਾ ਹੋ ਜਾਂਦਾ। ਵਾਧਾ ਘਾਟਾ ਆਹ ਉੱਪਰਲੇ ਪਾਸੇ 'ਚ ਹੀ ਪੈਂਦਾ ਹੁੰਦਾ ਜਦੋਂ ਕਈ ਵਾਰੀ ਪੈਂਦਾ ਤਾਂ, ਕਿਉਂਕਿ ਆਹ ਤਾਂ ਪਹਿਲਾਂ ਆਪਾਂ ਮਿਣ ਕੇ ਲਾਇਆ। ਆ ਇੱਧਰੋਂ ਕਈ ਵਾਰੀ ਖਿੱਚ ਪੈ ਜਾਵੇ ਜਾਂ ਕੁਛ ਵੀ ਆ ਤਾਂ ਹੁੰਦਾ। ਤੇ ਆਹ ਪਲੇਟਾਂ ਨੂੰ ਮਿਣਨਾ ਨਾ ਭੁੱਲਿਓ, ਮੈਂ ਹਰੇਕ ਵਾਰੀ ਦੱਸਦੀ ਹਾਂ। ਆਹ ਜਿਹੜੀ ਚੀਜ਼ ਇਹ ਆਪਣੇ ਪਲੇਟ ਉੱਚੇ ਨੀਵੇਂ ਹੋ ਗਏ ਤੇ ਸਾਰੇ ਦੀ ਸਾਰੀ ਫਿਟਿੰਗ ਜਿਹੜੀ ਆ ਸੂਟ ਦੀ ਖਰਾਬ ਹੋ ਜਾਂਦੀ। ਵਾਲ ਪੈਂਦਾ ਤਾਂ ਵੀ ਇਹਨਾਂ ਦਾ ਕਰਕੇ ਪੈਂਦਾ ਕਈ ਵਾਰੀ। ਆਹ ਜਿਹੜੀ ਚੀਜ਼ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਇਹਨਾਂ ਪਲੇਟਾਂ ਦਾ। ਦੋਨੇ ਪਲੇਟ ਸੇਮ ਵੇ, ਆਹ ਵੀ ਪਲੇਟ ਇੱਥੋਂ ਵੀ ਸੇਮ ਹੋਣਾ ਚਾਹੀਦੀ ਸਪੇਸ, ਤੇ ਇਹ ਜਿਹੜੀ ਸਪੇਸ ਹੈ ਇਹ ਵੀ ਸੇਮ ਹੋਣੀ ਚਾਹੀਦੀ ਹੈ। ਤੇ ਮੈਂ ਪ੍ਰੈਸ ਨਹੀਂ ਕੀਤਾ, ਇੱਥੋਂ ਇਦਾਂ ਕੱਚੀ ਸੀਨ ਲਗਾ ਸਕਦੇ ਐ ਕਰਕੇ। ਮੈਂ ਕਿਹਾ ਬਾਅਦ 'ਚੋਂ ਪ੍ਰੈਸ ਕਰਦੀ ਹਾਂ ਮੈਂ, ਫਿਰ ਮਤਲਬ ਵੀਡੀਓ ਕੱਟ ਕੇ ਲਾਉਣੀ ਪੈਂਦੀ ਹੈ ਫਿਰ, ਤੇ ਟਾਈਮ ਵੀ ਜ਼ਿਆਦਾ ਲੱਗਦਾ। ਇਹਨੂੰ ਇਸ ਤਰੀਕੇ ਨਾਲ ਕੋਲ ਰੱਖ ਕੇ ਬਿਲਕੁਲ, ਤੇ ਆਹ ਜਿਹੜੇ ਬੈਕ ਵਾਲਾ ਇਹਨੂੰ ਇਦਾਂ ਫੋਲਡ ਕਰਕੇ ਇੱਥੋਂ ਸਟੈਚ ਕਰ ਦਿਓ। ਜਦੋਂ ਆਪਾਂ ਬਣਿਆ ਬਣਾਇਆ ਗਲਾ ਲਾਉਂਦੇ ਹਾਂ ਤਾਂ ਮੂਹਰਲੇ ਪਾਸਾ ਥੋੜ੍ਹਾ ਜਿਹਾ ਵੱਧ ਜਾਂਦਾ, ਕਈ ਵਾਰੀ ਜ਼ਿਆਦਾ ਕਿਸੇ ਦਾ ਵੱਧ ਜਾਂਦਾ, ਕਿਸੇ ਦਾ ਘੱਟ ਵੱਧ ਜਾਂਦਾ। ਜਿੱਦਾਂ ਆਹ ਕਿਉਂਕਿ ਗਲਾ ਆਪਣਾ 2.5 ਦਾ ਕੱਟਿਆ ਸੀ ਤਾਂ ਥੋੜ੍ਹਾ ਬਚਦਾ। ਜੇ ਗਲਾ 2.25 ਦਾ ਕੱਟਿਆ ਹੋਵੇ, ਮੋਹਰੀ ਗਲਾ ਆਪਾਂ ਬਣਿਆ ਬਣਾਇਆ ਲਾਉਂਦੇ ਹਾਂ ਤੇ ਫਿਰ ਇਹ ਜ਼ਿਆਦਾ ਬਚਦਾ। ਤੇ ਹੁਣ ਆਪਾਂ ਆਹ ਜਿਹੜੀ ਆ ਸਾਈਡ ਦੀ ਫਿਟਿੰਗ ਦੀ ਸੀਨ ਲਾਉਣੀ ਆ। ਬੈਕ ਤੇ ਆਪਣੇ ਨਿਸ਼ਾਨ ਲੱਗੇ ਆ। ਮੈਂ ਸਿਲਾਈ ਲਗਾ ਕੇ ਫਿਰ ਤੁਹਾਨੂੰ ਮੈਂ ਕਲੀਅਰ ਦੱਸ ਦਿੰਦੀ ਇੱਕ ਵਾਰੀ ਫਿਰ ਕਿ ਕਿੰਨਾ ਆਪਾਂ ਨੂੰ ਬਾਹਰ ਕੱਢਣਾ ਚਾਹੀਦਾ। ਨਾਲੇ ਸੀਨ ਲੱਗੀ ਤੇ ਤੁਹਾਨੂੰ ਪੂਰਾ ਪ੍ਰੋਪਰਲੀ ਪਤਾ ਲੱਗ ਜਾਊਗਾ ਦੇਖ ਕੇ ਕਿ ਮੋਢਾ ਇਸ ਤਰੀਕੇ ਦੇ ਨਾਲ ਹੋਣਾ। ਤਾਂ ਮੈਂ ਟਾਂਕਾ ਲਾ ਲਿਆ ਜਿੱਦਾਂ ਪਿੰਨ ਲਾਉਣ ਵਾਂਗੂ, ਤੇ ਦੂਸਰੇ ਪਾਸਿਓਂ ਸੀਨ ਇਹਦੀ ਮੈਂ ਇਸ ਤਰੀਕੇ ਦੇ ਨਾਲ ਲੈ ਆਉਣੀ ਆ। ਮਿਣ ਕੇ ਇੱਥੋਂ ਪੂਰਾ ਸਿੱਧਾ ਫੜ ਕੇ ਤੇ ਸੀਨ ਇੱਥੇ ਆਸ ਮਾਰਕ ਤੋਂ ਸ਼ੁਰੂ ਕਰ ਲੈਣੀ ਆ।
ਆਹ ਦੇਖੋ ਹੁਣ ਆਪਣਾ ਮੋਢਾ ਜਿਹੜਾ ਹੈ ਬਿਲਕੁਲ ਸਹੀ ਹੈ, ਇਸ ਤਰੀਕੇ ਨਾਲ ਬੈਠ ਜਾਂਦਾ। ਜਿਹੜਾ ਆ ਬਾਹਰ ਕੱਢਣ ਨਾਲ, ਜੇ ਆਪਣਾ ਇਹ ਅੰਦਰ ਹੋਵੇ ਤਾਂ ਫਿਰ ਪਿਛਲਾ ਪਾਸਾ ਜਿਹੜਾ ਹੈ ਮੋਢੇ ਦੇ ਉੱਤੇ ਵਲ ਪਊਗਾ। ਤੇ ਹੁਣ ਮੈਂ ਇਹਦੀ ਲੈਂਥ ਬਣਾ ਕੇ ਤੇ ਬਾਹਾਂ ਰੈਡੀ ਕਰਕੇ ਤੇ ਫਿਰ ਬਾਹਾਂ ਲਾਉਣ ਦਾ ਆਈਡੀਆ ਤੁਹਾਨੂੰ ਮੈਂ ਦਊਂਗੀ। ਹਾਂਜੀ, ਫਿਟਿੰਗ ਦੀਆਂ ਸਲਾਈਆਂ ਲਗਾ ਲਈਆਂ ਨੇ ਮੈਂ ਤੇ ਓਵਰਲੌਕ ਕਰ ਲਿਆ ਤੇ ਘੇਰੇ ਤੇ ਵੀ ਜਾਣੀ ਲੈਂਥ ਵੀ ਬਣਾ ਲਈ ਆ। ਤੇ ਬਾਹਾਂ ਰੈਡੀ ਨੇ, ਹੁਣ ਆਪਾਂ ਬਾਹਾਂ ਲਾਵਾਂਗੇ। ਬਾਹਾਂ ਲਾਉਣ ਦਾ ਇਹ ਜਿਹੜਾ ਹੈ ਮੈਥਡ ਆ, ਇਹ ਵੀ ਥੋੜਾ ਜਿਹਾ ਗੁੰਝਲਦਾਰ ਹੁੰਦਾ, ਤਾਂ ਹੀ ਮੈਂ ਇਹਨੂੰ ਤੁਹਾਨੂੰ ਦੁਬਾਰਾ ਦੱਸਦੀ ਆ। ਇੱਥੋਂ ਇਸ ਤਰੀਕੇ ਨਾਲ ਫੜ ਕੇ, ਜਿੱਦਾਂ ਮੈਂ ਤੁਹਾਨੂੰ ਆਹ ਚੀਜ਼ ਸਮਝਾਉਣੀ ਆ, ਮੈਂ ਕਿਉਂ ਕਹਿੰਦੀ ਮੈਂ ਥੋੜਾ ਜਿਹਾ ਵਾਧੂ ਰੱਖਦੀ ਹਾਂ। ਇਹਨੂੰ ਇੱਥੋਂ ਫੜ ਲੈਣਾ ਆਪਾਂ, ਆਪਣੀ ਆਹ ਮੇਜ਼ਰਮੈਂਟ ਹੋ ਗਿਆ ਪੂਰਾ। ਬਾਂਹ ਦਾ ਮੋਢਾ ਆ ਤੇ ਕਮੀਜ਼ ਦਾ ਮੋਢਾ ਆ, ਇੰਨਾ ਕੀ ਵਾਧੂ ਰੱਖਣਾ ਹੈ ਤੁਸੀਂ। ਹੁਣ ਇਹਦੇ 'ਚ ਦੇਖਦੇ ਹੋ ਆ ਜਿਹੜੀ ਆ ਸ਼ਰਟ ਦਾ ਮੋਢਾ ਆ ਬਾਂਹ ਦਾ ਮੋਢਾ ਹੈ, ਤੇ ਇਹਦੇ ਵਿੱਚ ਇੰਨਾ ਹੀ ਮਤਲਬ 2 ਸੂਤ ਦਾ ਹੀ ਫਰਕ ਹੈਗਾ ਆ। ਇੰਨਾ ਹੀ ਇਹਦੇ ਵਿੱਚੋਂ ਆ ਮੋਢਾ ਜਿਹੜਾ ਇਹ ਵੱਡਾ ਰੱਖਣਾ ਹੁੰਦਾ। ਤੇ ਆ ਜਿਹੜੀਆਂ ਮੋਢਿਆਂ ਦੇ ਉੱਪਰ ਟਿਚ ਬਟਨ ਲਾਉਣ ਨੂੰ ਪੱਟੀਆਂ ਬਣਾਈ ਦੀਆਂ ਮੈਂ ਇਹ ਬਣਾਈਆਂ ਨੇ। ਬਾਂਹ ਨੂੰ ਸਿੱਧੀ ਕਰ ਲੈਣਾ ਤੇ ਕਮੀਜ਼ ਪੁੱਠਾ ਹੁੰਦਾ, ਤੇ ਇਹਦੇ ਵਿੱਚ ਬਾਂਹ ਇਦਾਂ ਪਾ ਕੇ ਤੇ ਆਪਾਂ ਬਾਂਹ ਨੂੰ ਸਿਉਣ ਲਗਾ ਦੇਣੀ। ਸੀਨ ਨਾਲ ਸੀਨ ਮੈਚ ਕਰ ਲੈਣੀ ਆ। ਆ ਦੇਖੋ ਹੁਣ ਮੈਂ ਸੀਨ ਨਾਲ ਸੀਨ ਮੈਚ ਕੀਤੀ ਆ, ਤੇ ਇਧਰੋਂ ਵੀ ਆਹ ਜਿਹੜਾ ਟੱਕ ਲੱਗਿਆ ਤੇ ਉਹਨੂੰ ਫੜ ਕੇ ਤੇ ਇਹਦੇ ਨਾਲ ਮੈਚ ਇਹਨੇ ਸਹੀ ਹੋ ਜਾਣਾ ਬਿਲਕੁਲ। ਆ ਦੇਖੋ ਮੋਢਾ ਆਪਣਾ ਬਿਲਕੁਲ ਆ ਸਹੀ ਆ ਰਿਹਾ, ਇੱਧਰੋਂ ਵੀ ਤੇ ਇੱਧਰੋਂ ਵੀ। ਤੇ ਜਦੋਂ ਸਿਲਾਈ ਲਗਾਉਣੀ ਇਹਨੂੰ ਬਰਾਬਰ ਕਰ ਲੈਣਾ। ਹੁਣ ਇਹਨੇ ਥੋੜਾ ਬਹੁਤਾ ਤੇ ਵਿੱਚ ਹੁਣੇ ਜਦੋਂ ਆਪਾਂ ਫੜਿਆ, ਜਦੋਂ ਸਿਲਾਈ ਲਗਾਉਣੀ ਉਦੋਂ ਹੋਰ ਚੀਜ਼ ਹੁੰਦੀ ਆ, ਤੇ ਇਹਨੂੰ ਬਰਾਬਰ ਕਰਕੇ ਸਿਲਾਈ ਲਗਾ ਦੇਣੀ। ਆ ਜਿਹੜੇ ਇੱਕ ਨੂੰ ਇਦਾਂ ਇਧਰਲੇ ਪਾਸੇ ਨੂੰ ਮੋੜਨਾ, ਜਿਹੜਾ ਦੂਸਰਾ ਬਾਂਹ ਵਾਲਾ ਉਹ ਦੂਸਰੇ ਪਾਸੇ ਨੂੰ ਮੋੜਨਾ, ਆਪੋਜਿਟ ਸਾਈਡ ਤੇ ਮੋੜਨੇ। ਜੇ ਦੋਵੇਂ ਇੱਕੋ ਪਾਸੇ ਮੋੜਾਂਗੇ ਤੇ ਫਿਰ ਇਹ ਮੋਟਾ ਹੋ ਜਾਂਦਾ, ਕਿਉਂਕਿ ਕੱਪੜੇ ਤੇ 4 ਲੇਅਰਾਂ ਆ ਜਾਂਦੀਆਂ ਨੇ। ਆਪਣੀ ਬਾਂਹ ਲੱਗ ਗਈ ਇਹ, ਤੇ ਮੈਂ ਸਿੱਧੀ ਕਰਕੇ ਦਿਖਾ ਦਿੰਨੀ ਆ, ਤੇ ਮੁੜ ਕੇ ਦੂਸਰੀ ਬਾਂਹ ਮੈਂ ਫੇਰ ਲਗਾਉਣੀ ਹੈ। ਇਹ ਫਰੰਟ ਸਾਈਡ ਹੈ, ਇਹ ਬੈਕ ਸਾਈਡ ਹੈ ਐਕਚੁਅਲੀ, ਤੇ ਆਹ ਜਿਹੜੀ ਇਹ ਫਰੰਟ ਸਾਈਡ ਹੈ। ਚੈਨਲ ਮੇਰੇ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਤੇ ਸ਼ੇਅਰ ਕਰਿਓ ਫਰੈਂਡਸ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਮਿਲਦੇ ਆਪਾਂ ਅਗਲੀ ਵੀਡੀਓ